ਭਾਰਤ ਵਿੱਚ ਜੰਗ ਦਾ ਮੈਦਾਨ ਤਿਆਰ ਹੈ। ਜੰਗ ਦਾ ਮੈਦਾਨ ਉਹ ਹੈ ਜਿੱਥੇ ਕਿਸਾਨਾਂ ਦੀ ਲੜਾਈ ਲੜੀ ਜਾ ਰਹੀ ਹੈ। ਕਿਸਾਨ ਅੰਦੋਲਨ ਨੂੰ ਜਨ ਅੰਦੋਲਨ ਦਾ ਨਾਮ ਦੇ ਦਿੱਤਾ ਗਿਆ ਕਿਉਂਕਿ ਹਰ ਵਰਗ ਇਸ ਵਿੱਚ ਸ਼ਮੂਲੀਅਤ ਕਰ ਰਿਹਾ। ਸਿੰਘੂ ਬਾਰਡਰ ਤੇ ਅੱਜ ਬਾਰ ਐਸੋਸੀਏਸ਼ਨ ਬਠਿੰਡਾ ਦੇ ਵਕੀਲ ਆਏ ਨੇ। ਇਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਕਿਉਂਕਿ ਲਗਾਤਾਰ ਇਸ ਗੱਲ ਦੇ ਉੱਤੇ ਚਰਚਾ ਹੋ ਰਹੀ ਹੈ ਕਿ ਕਾਨੂੰਨਾਂ ਦੀ ਘੁੰਡੀ ਸਮਝ ਕਿਉਂ ਨਹੀਂ ਆ ਰਹੀ। ਇੱਕ ਪਾਸੇ ਕਿਸਾਨ ਕਹਿੰਦੇ ਆ ਕਿ ਸਾਨੂੰ ਸਭ ਪਤਾ ਹੈ, ਦੂਜੇ ਪਾਸੇ ਕੇਂਦਰ ਸਰਕਾਰ ਕਹਿੰਦੀ ਹੈ ਕਿ ਵਰਗਲਾਏ ਗਏ ਆ ਲੋਕ। ਪਰ ਵਕੀਲ ਸਹੀ ਦੱਸ ਸਕਦੇ ਆ ਤੱਥਾਂ ਦੇ ਆਧਾਰ ਤੇ ਕਿ ਕਿਸਾਨ ਕਿੰਨੇ ਕੁ ਸਹੀ ਨੇ, ਕਿਸਾਨ ਕਿਹੜੇ ਹੱਕ ਨਾਲ ਆਪਣੀ ਮੰਗ ਕਹਿ ਰਿਹਾ ਕਿ ਕਾਨੂੰਨ ਰੱਦ ਹੋਣੇ ਚਾਹੀਦੇ ਆ, ਔਰ ਦੂਜੇ ਪਾਸੇ ਸਰਕਾਰ ਦਾ ਜਿਹੜਾ ਆ ਪਰਦਾ ਕਿੰਨਾ ਕੁ ਫਾਸ਼ ਕਰਦੇ ਨੇ। ਵਕੀਲਾਂ ਤੋਂ ਹੀ ਜਾਣਦੇ ਆ। ਸਾਡੇ ਨਾਲ ਬਾਰ ਐਸੋਸੀਏਸ਼ਨ ਬਠਿੰਡਾ ਦੇ ਪ੍ਰੈਜ਼ੀਡੈਂਟ ਲਖਿੰਦਰਦੀਪ ਸਿੰਘ ਭਾਈਕਾ ਨੇ। ਸਭ ਤੋਂ ਪਹਿਲਾਂ ਤੁਸੀਂ ਇਹ ਸ਼ਮੂਲੀਅਤ ਕੀਤੀ ਹੈ ਇਸ ਧਰਨੇ ਦੇ ਵਿੱਚ, ਤੁਸੀਂ ਇੱਥੇ ਆ ਕੇ ਕੀ ਵਾਚਿਆ ਕਿ ਜਿਹੜੀ ਲੜਾਈ ਲੜੀ ਜਾ ਰਹੀ ਆ, ਕੇਂਦਰ ਸਰਕਾਰ ਦੀਆਂ ਦਲੀਲਾਂ ਨੂੰ ਕਿਵੇਂ ਦੇਖਦੇ ਹੋ, ਕਿਸਾਨਾਂ ਦੇ ਹੱਕੀ ਮੰਗਾਂ ਨੂੰ ਕਿਵੇਂ ਦੇਖਦੇ ਹੋ ਤੁਸੀਂ? ਇਹ ਲੜਾਈ ਕੇਂਦਰ ਦੇ ਕਾਲੇ ਕਾਨੂੰਨਾਂ ਦੇ ਖਿਲਾਫ ਹੈ। ਸਭ ਤੋਂ ਪਹਿਲਾਂ ਤਾਂ ਜਿਹੜੇ ਇਹਨਾਂ ਨੇ ਕਾਨੂੰਨ ਪਾਸ ਕੀਤੇ ਨੇ ਕਨਸਟੀਟਿਊਸ਼ਨ ਦੇ ਅਕੋਰਡਿੰਗਲੀ ਠੀਕ ਨਹੀਂ ਹਨ, ਕਿਉਂਕਿ ਆਪਣਾ ਜਿਹੜਾ ਸੰਵਿਧਾਨ ਆ ਉਸ 'ਚ 3 ਲਿਸਟ ਦਿੱਤੀਆਂ, ਯੂਨੀਅਨ ਲਿਸਟ, ਸਟੇਟ ਲਿਸਟ ਤੇ ਕਨਕਰੈਂਟ ਲਿਸਟ। ਯੂਨੀਅਨ ਲਿਸਟ 'ਚ ਸਬਜੈਕਟ ਦਿੱਤੇ ਨੇ ਜਿਹਦੇ 'ਚ ਸੈਂਟਰ ਸਰਕਾਰ ਕਾਨੂੰਨ ਬਣਾਉਂਦੀ ਆ, ਸਟੇਟ 'ਚ ਜਿਹੜੇ ਸਬਜੈਕਟ ਆ ਉਸ 'ਚ ਸਟੇਟ ਸਰਕਾਰ ਬਣਾਉਂਦੀ ਆ, ਤੇ ਕਨਕਰੈਂਟ 'ਚ ਦੋਨੇ ਬਣਾਉਂਦੇ ਨੇ। ਤੇ ਜਿਹੜਾ ਇਹ ਫਾਰਮਿੰਗ ਵਾਲਾ ਸੈਕਟਰ ਆ ਇਹ ਸਟੇਟ ਇਸ ਤੇ ਬਣਾ ਸਕਦੀ ਹੈ। ਢਾਂਚੇ ਨੂੰ ਸੱਟ ਮਾਰੀ ਹੈ ਇਹ ਵੀ ਕਿਹਾ ਜਾ ਰਿਹਾ। ਕਲੀਅਰਲੀ ਮਾਰੀ ਹੈ ਜੀ, ਅਨਕਨਸਟੀਟਿਊਸ਼ਨਲ ਨੇ। ਸੈਕੰਡਲੀ ਜਿਹੜੀ ਦੂਜੀ ਗੱਲ ਕੀਤੀ ਗਈ ਆ, ਰਾਜ ਸਭਾ ਦੇ ਵਿੱਚ ਵੌਇਸ ਵੋਟ ਦੇ ਨਾਲੇ ਪਾਸ ਕੀਤਾ ਗਿਆ ਕਿਉਂਕਿ ਬੀਜੇਪੀ ਕੋਲੇ ਉੱਥੇ ਮੈਜੋਰਟੀ ਨਹੀਂ ਹੈ। 2 ਤੱਥਾਂ ਤੇ ਇਹ ਅਨਕਨਸਟੀਟਿਊਸ਼ਨਲ ਨੇ। ਮਤਲਬ ਪਾਸ ਕਰਨ ਦੇ ਤਰੀਕੇ ਵੀ ਉਹਨਾਂ ਦੇ ਗਲਤ ਰਹੇ ਆ, ਪਰ ਕਾਨੂੰਨ ਆ ਜਿਹੜੇ ਉਹ ਕਿਸਾਨਾਂ ਨੂੰ ਜੱਜ ਨਹੀਂ ਰਹੇ ਕਿਉਂਕਿ ਕਹਿੰਦੇ ਆ ਕਿ ਜ਼ਮੀਨ ਹੈ ਜਿਹੜੀ ਉਹ ਕਾਰਪੋਰੇਟ ਅਦਾਰਿਆਂ ਨੇ ਉਹਨਾਂ ਦੇ ਉੱਤੇ ਕਬਜ਼ਾ ਕਰ ਲੈਣਾ। ਪਰ ਨਰਿੰਦਰ ਸਿੰਘ ਤੋਮਰ ਦੀ ਇੱਕ ਚਿੱਠੀ ਆਉਂਦੀ ਆ ਕਿਸਾਨਾਂ ਦੇ ਨਾਮ, ਉਸ ਵਿੱਚ ਲਿਖਿਆ ਗਿਆ ਕਿ ਅਸੀਂ ਜਿਹੜੀ ਡੀਲ ਹੋਣੀ ਆ ਵਪਾਰੀਆਂ ਦੇ ਵਿੱਚ, ਕਿਸਾਨਾਂ ਦੇ ਵਿੱਚ ਜ਼ਮੀਨ ਦੀ ਨਹੀਂ ਹੋਣੀ, ਉਹ ਜਿਹੜਾ ਕੁਝ ਉਹਦੇ ਵਿੱਚ ਉਗਣਾ ਉਹਦੀ ਹੋਣੀ ਹੈ। ਤਾਂ ਜ਼ਮੀਨ ਤੇ ਕਬਜ਼ਾ ਕਿਵੇਂ ਕਰ ਲੈਣਾ? ਪਹਿਲਾਂ ਤਾਂ ਜਿਹੜੇ ਇਹ ਕਾਨੂੰਨ ਨੇ, ਆਪਣੇ ਜਿਹੜੇ ਖੇਤੀ ਮਾਹਰ ਨੇ, ਜਿੰਨੇ ਲੀਗਲ ਐਕਸਪਰਟਸ ਨੇ, ਬੜਾ ਪੁਆਇੰਟ ਦਰ ਪੁਆਇੰਟ ਉਹਨਾਂ ਨੇ ਇਹਨੂੰ ਐਕਸਪਲੇਨ ਕਰਤਾ। ਪੂਰੀ ਲਿਸਟ ਬਣਾ ਕੇ ਚਿੱਠੀ ਫੜਾਤੀ, ਛਪਾ ਕੇ ਦੇਤਾ ਵੀ ਆਹ ਹੈ ਇਹਦੇ 'ਚ ਕਮੀਆਂ। ਫਿਰ ਵੀ ਸਰਕਾਰ ਆਪਦੇ ਜਿੱਦ ਤੇ ਅੜੀ ਹੋਈ ਆ, ਗਲਤ ਚੀਜ਼ ਨੂੰ ਸਹੀ ਪੋਰਟਰੇ ਕਰ ਰਹੀ ਆ। ਇਹ ਮੇਰੀ ਜ਼ਮੀਨ ਆ, ਮੈਂ ਉੱਤੇ ਫਸਲ ਲਗਾ ਕੇ ਵੇਚਦਾ, ਮੇਰਾ ਉਹਦੇ ਨਾਲ ਕਿਸੇ ਨਾਲ ਮੇਰਾ ਕੰਪਨੀ ਨਾਲ ਕੰਟਰੈਕਟ ਹੋ ਗਿਆ, ਕੰਟਰੈਕਟ ਕਰਨ ਤੋਂ ਬਾਅਦ ਉਹ ਮੇਰੀ ਜ਼ਮੀਨ ਤੇ ਲੋਨ ਲੈ ਰਿਹਾ, ਇਹ ਕਿੱਥੋਂ ਦਾ ਕਾਨੂੰਨ ਆ? ਜ਼ਿਮੀਂਦਾਰ ਨੂੰ ਤਾਂ 50-60 ਰੁਪਏ ਕਿੱਲੇ ਦਾ ਮਸਾ ਮਿਲਦਾ, ਕਾਰਪੋਰੇਟ ਨੂੰ ਕਿੰਨੇ ਲੋਨ ਮਾਫ ਕਰ ਦਿੱਤੇ ਜਾਂਦੇ ਨੇ। 10-20 ਪਿੱਛੇ ਵੀ ਕਿੱਲਾ ਕੁਰਕ ਹੋ ਜਾਂਦਾ। ਕਿੱਥੋਂ ਦਾ ਕਾਨੂੰਨ ਆ ਇਹ? ਵੀ 86% ਦੀ ਕਿਸਾਨੀ ਜੇ ਇਕੱਲੇ ਪੰਜਾਬ ਸੂਬੇ ਦੀ ਗੱਲ ਕਰੀਏ 2.5 ਏਕੜ ਵਾਲੀ ਕਿਸਾਨੀ ਆ, ਤੇ ਉਹ ਕਹਿੰਦੇ ਆ ਕਿ ਖੁੱਲੀ ਮੰਡੀ ਕਰਤੀ ਆ। ਖੁੱਲੀ ਮੰਡੀ 'ਚ ਕਿਸਾਨ ਜਿੱਥੇ ਚਾਹੇ ਫਸਲ ਵੇਚ ਲੇ, ਉਹਨਾਂ ਨੂੰ ਆਪਣੀ ਮਰਜ਼ੀ ਦਾ ਮੁੱਲ ਮਿਲ ਜੂਗਾ। ਹੁਣ ਇਸ 'ਚ ਕੀ ਆ, ਜਿਹੜੀ ਖੁੱਲੀ ਮੰਡੀ ਦੀ ਗੱਲ ਕਰਦੇ ਆ, ਜਿਹੜਾ 2.5 ਏਕੜ ਵਾਲਾ ਕਿਸਾਨ ਆ ਉਹ ਵਿਚਾਰਾ ਦੂਰ ਜਾ ਕੇ ਕਿੱਥੇ ਵੇਚੂਗਾ? 10-20 ਕਿਲੋਮੀਟਰ ਜਿੱਥੇ ਉਹਨੂੰ 5-4 ਕਿਲੋਮੀਟਰ ਨੇੜੇ ਮੰਡੀ ਆ ਉੱਥੇ ਤਾਂ ਉਹ ਵੇਚ ਸਕਦਾ। ਹੁਣ 200, 300, 400 ਕਿਲੋਮੀਟਰ ਤੇ ਜਾ ਕੇ ਉਹਨਾਂ ਤੋਂ ਉਹਦਾ ਖਰਚ ਹੋ ਜਾਊਗਾ। ਇਹਦਾ ਵੀ ਜਿਹੜਾ ਫਾਇਦਾ ਹੋਣਾ ਇਹ ਵੀ ਕਾਰਪੋਰੇਟ ਨੂੰ ਹੋਣਾ। ਜਿਹੜੇ ਵੱਡੇ ਫਾਰਮ ਉਹਨਾਂ ਨੇ ਫਾਰਮ ਬਣਾਉਣੇ ਨੇ, ਕੰਟਰੈਕਟ ਫਾਰਮਿੰਗ ਕਰਨੀ ਹੈ, ਸਿੱਧਾ ਉਹਨਾਂ ਨੂੰ ਫਾਇਦਾ ਹੋਣਾ ਇਹਦਾ। 1955 ਦਾ ਜਿਹੜਾ ਹੈਗਾ ਐਸੈਂਸ਼ੀਅਲ ਕਮੋਡਿਟੀਜ਼ ਐਕਟ ਆ, ਜਿਹੜਾ ਉਹਦੇ 'ਚ ਸੋਧ ਕਰਕੇ ਕਾਨੂੰਨ ਹੁਣ ਬਣਾਤਾ ਉਹਨਾਂ ਨੇ। ਇਹਦੇ 'ਚ ਕਿਹਾ ਭੰਡਾਰ ਦੀ ਕੋਈ ਸਮਰੱਥਾ, ਕੋਈ ਪੈਮਾਨਾ ਨਹੀਂ ਰੱਖਿਆ ਕਿ ਸੀਮਤ ਕੀਤਾ ਜਾ ਸਕਦਾ। ਉਹਦੇ ਨਾਲ ਕਿਸਾਨਾਂ ਨੂੰ ਇਹ ਖਦਸ਼ਾ ਆ ਕਿ ਜਦੋਂ ਭੰਡਾਰ ਹੋ ਗਿਆ ਉਦੋਂ ਤਾਂ ਕਾਲਾ ਬਾਜ਼ਾਰੀ ਵੱਧ ਜਾਣੀ ਆ। ਇਹ ਸਿੱਧੇ ਤੌਰ ਤੇ ਕਿਸਾਨਾਂ ਨੂੰ ਗੱਲ ਸਮਝ ਆ ਗਈ, ਪਰ ਸਰਕਾਰ ਆ ਕਹਿੰਦੀ ਹੈ ਕਿ ਜਿਹੜੇ ਕਿਸਾਨ ਆ ਉਹ ਕਿਸੇ ਦੇ ਪਿੱਛੇ ਲੱਗੇ ਹੋਏ ਆ। ਪਰ ਇਹ ਗੱਲ ਪਹਿਲਾਂ ਤਾਂ ਇਕੱਲੇ ਕਿਸਾਨਾਂ ਨੂੰ ਸਮਝ ਆਈ ਸੀ, ਹੁਣ ਆਮ ਜਨਤਾ ਨੂੰ ਵੀ ਸਮਝ ਆ ਗਈ ਕਿਉਂਕਿ ਕੋਈ ਵੀ ਜ਼ਿਮੀਂਦਾਰ ਆ ਉਹ ਆਪਦੇ ਖਾਣ ਜੋਗੇ ਦਾਣੇ ਤਾਂ ਢੋਲ 'ਚ ਪਾ ਕੇ ਰੱਖਦਾ। ਇਹ ਦਾਣੇ ਕਿਹਦੇ ਲਈ ਮਹਿੰਗੇ ਹੋਣਗੇ? ਆਮ ਲੋਕਾਂ ਲਈ। ਹੁਣ ਇਹ ਆਮ ਲੋਕਾਂ ਨੂੰ ਵੀ ਸਮਝ ਆ ਗਈ, ਤਾਂ ਹੀ ਜ਼ਮੀਨ ਦਾ ਟੁਕੜਾ ਹੈ ਨਹੀਂ, ਉਹਨਾਂ ਨੇ ਤਾਂ ਖਰੀਦਣੀ ਹੈ ਨਾ ਬਾਜ਼ਾਰ, ਉਹਨਾਂ ਨੇ ਖਰੀਦਣੀ ਹੈ ਤੇ ਮਹਿੰਗੇ ਮੁੱਲ ਤੇ ਮਿਲਣੀ ਹੈ। ਤਾਂ ਹੀ ਇਹ ਅੰਦੋਲਨ ਪੰਜਾਬ ਤੋਂ ਉੱਠਿਆ ਸੀ, ਇੰਡੀਆ 'ਚ, ਭਾਰਤ 'ਚ ਫੈਲਦਾ ਇੰਟਰਨੈਸ਼ਨਲ ਲੈਵਲ ਤੇ ਪਹੁੰਚ ਗਿਆ। UNO 'ਚ ਇਹਦੀਆਂ ਗੱਲਾਂ ਹੋਣ ਲੱਗ ਗਈਆਂ। ਇਹ ਜਨ ਅੰਦੋਲਨ ਬਣ ਗਿਆ। ਹੁਣ ਇਹ ਇਕੱਲੇ ਕਿਸਾਨਾਂ ਦਾ ਅੰਦੋਲਨ ਨਹੀਂ ਰਿਹਾ, ਇਹ ਆਪਣੀ ਨਸਲ ਦੀ ਲੜਾਈ ਬਣ ਚੁੱਕੀ ਹੈ। ਭਾਈ ਜੀ ਤੁਸੀਂ ਵੀ ਆਏ ਹੋ ਨਾਲ। ਇਹ ਭਾਈਚਾਰਾ, ਵਕੀਲ ਭਾਈਚਾਰਾ ਬਾਰ ਐਸੋਸੀਏਸ਼ਨ ਬਠਿੰਡਾ ਤੋਂ ਆਇਆ। ਲਗਾਤਾਰ ਵਕੀਲਾਂ ਦੀ, ਅਧਿਆਪਕਾਂ ਦੀ ਸ਼ਮੂਲੀਅਤ ਹੋ ਰਹੀ ਹੈ, ਹੋਰ ਵੀ ਸਾਥੀ ਨੇ। ਤੁਸੀਂ ਕੀ ਕਹਿਣਾ ਚਾਹੋਗੇ ਕਿ ਜਿਹੜਾ ਸਾਰਾ ਮਾਹੌਲ ਬਣ ਗਿਆ ਪੂਰੇ ਦੇਸ਼ ਦਾ, ਜਿਵੇਂ ਤੁਹਾਡੇ ਸਾਥੀ ਨੇ ਗੱਲ ਕੀਤੀ ਹੈ ਕਿ ਹੁਣ ਭਾਰਤ ਦੀ ਜਾਂ ਪੰਜਾਬ ਦੀ ਲੜਾਈ ਨਹੀਂ, ਅੰਤਰਰਾਸ਼ਟਰੀ ਪੱਧਰ ਦੀ ਹੈ, ਤੇ ਇਸ ਦੇ ਵਿੱਚੋਂ ਕਿਹੜੀ ਚੀਜ਼ ਹੈ ਜਿਹੜੀ ਕਿਸਾਨਾਂ ਦੇ, ਕੋਈ ਕਾਨੂੰਨ ਵਿੱਚ ਇੱਕ ਵੀ ਗੱਲ ਹੈ ਕੋਈ ਜਿਹੜੀ ਤੁਸੀਂ ਵੀ ਵਾਚਿਆ ਹੋਣਾ ਕਾਨੂੰਨ ਨੂੰ ਵੀ ਕਿਸਾਨਾਂ ਦੇ ਹੱਕ ਵਿੱਚ ਭੁਗਤਦੀ ਹੋਵੇ? ਗੱਲ ਅੱਜ ਕਲੀਅਰ ਕਰ ਦਿਓ ਸੌਖੇ ਸ਼ਬਦਾਂ 'ਚ। ਇਹ ਜਿਹੜੇ ਤਿੰਨੇ ਕਾਨੂੰਨ ਨੇ ਜੀ, ਇਹਨਾਂ 'ਚ ਇੱਕ ਵੀ ਕਲੌਜ਼ ਕਿਸਾਨ ਪੱਖੀ ਨਹੀਂ ਹੈਗਾ। ਸਰਕਾਰ ਨੇ ਅੰਦਰ ਖਾਤੇ ਇਹ ਵੀ ਗੱਲ ਕਹਿ ਚੁੱਕੇ ਆ ਵੀ ਤੁਸੀਂ ਜਿੰਨੀ ਮਰਜ਼ੀ ਇਹ 'ਚ ਅਮੈਂਡਮੈਂਟ ਕਰਾ ਸਕਦੇ ਹੋ, ਅਸੀਂ ਇੱਕ ਜਿੱਦ ਤੇ ਅੜ ਚੁੱਕੇ ਆ ਵੀ ਅਸੀਂ ਇਹਨਾਂ ਨੂੰ ਵਾਪਸ ਨਹੀਂ ਲੈ ਸਕਦੇ। ਪਰ ਅਸਲ ਦੇ ਵਿੱਚ ਇਹ ਦੇਖਿਆ ਜਾਵੇ ਤਾਂ ਤਿੰਨੇ ਜਿਹੜੇ ਬਿੱਲ ਨੇ ਉਹ ਪ੍ਰੋਪਰ ਤੌਰ ਤੇ ਕਿਸਾਨਾਂ ਦੇ ਖਿਲਾਫ ਨੇ।
ਅੱਜ ਮੈਂ ਦੇਖ ਰਿਹਾ ਜੀ ਤੁਹਾਡੇ ਹੱਥ ਵਿੱਚ ਤਖਤੀਆਂ ਫੜੀਆਂ ਹੋਈਆਂ ਸੀ, ਸਟੇਜ ਵੱਲ ਆ ਰਹੀ ਸੀ, ਉਹਦੇ 'ਚ ਲਿਖਿਆ ਸੀ ਕਾਲੇ ਕਾਨੂੰਨ ਰੱਦ ਕਰੋ। ਤੁਸੀਂ ਕਾਨੂੰਨ ਦੀ ਲੜਾਈ ਆਪ ਵਕਾਲਤ ਕਰਦੇ ਹੋ, ਲੜਾਈ ਲੜਦੇ ਹੋ, ਤੁਹਾਨੂੰ ਵੀ ਕਾਲੇ ਕਾਨੂੰਨ ਕਹਿਣਾ ਪੈ ਰਿਹਾ। ਇੰਨਾ ਮਾੜਾ ਸਮਾਂ ਆਉਣਾ ਸੀਗਾ ਸਾਡੇ ਭਾਰਤ ਦੇ ਵਿੱਚ। ਲੋਕਤੰਤਰ ਦਾ ਸਭ ਤੋਂ ਵੱਡਾ ਉਹ ਕਿਹਾ ਜਾਂਦਾ ਕਿ ਲੋਕਤੰਤਰ ਸਭ ਤੋਂ ਵੱਡਾ ਹੈ ਭਾਰਤ ਦਾ। ਜੀ ਇਹ ਜਿਹੜੇ ਕਾਨੂੰਨ ਨੇ ਮਿਹਨਤ ਆਪਾਂ ਅੱਗੇ ਵੀ ਆਪਾਂ ਸੁਣਿਆ, ਸਾਰੇ ਹੀ ਬੁਲਾਰੇ ਆਪਣੇ ਸਟੇਜ ਦੇ ਵਿੱਚ ਦੱਸੇ ਜਾਂਦੇ ਨੇ, ਕਿਉਂਕਿ ਕਾਰਪੋਰੇਟ ਘਰਾਣਿਆਂ ਲਈ ਹੈ ਮੇਨ ਜੋ ਇਹ ਕਾਨੂੰਨ ਬਣਾਏ ਗਏ ਨੇ। ਉਹਨਾਂ ਦੇ ਨਿੱਜੀ ਪੱਖ ਦੇਖਦੇ ਹੋਏ ਇਹ ਕਾਨੂੰਨ ਪਾਸ ਕਰੇ ਗਏ ਹੋਏ ਨੇ, ਤਾਂ ਕਿ ਉਹਨਾਂ ਨੇ ਦੇਖਿਆ ਇਹ ਲੋਕਡਾਊਨ ਦੇ ਵਿੱਚ ਇਹ ਸਾਜ਼ਿਸ਼ ਹੈ ਜਿਹੜੀ ਇਹ ਚਲਾਈ ਗਈ ਹੈ, ਤਾਂ ਕਿ ਵੀ ਕਿਸਾਨ ਪ੍ਰੋਟੈਸਟ ਨਾ ਕਰ ਸਕਣ ਇਸ ਕਾਨੂੰਨਾਂ ਦੇ ਖਿਲਾਫ। ਕਿਉਂਕਿ ਜਿਹੜੇ ਇਹ ਕਾਨੂੰਨ ਜੇ ਆਪਾਂ ਇਹਨਾਂ ਦੀ ਰਿਸਰਚ ਕਰੀਏ ਤਾਂ ਪਿਛਲੇ 18 ਸਾਲਾਂ ਤੋਂ ਬਣੇ ਪਏ ਨੇ, ਪਰ ਕੋਈ ਵੀ ਸਰਕਾਰ ਆਉਂਦੀ ਹੈ ਆਪਦਾ ਪੋਲੀਟੀਕਲ ਕੈਰੀਅਰ ਦੇਖਦੇ ਹੋਏ ਇਹ ਉਹਨਾਂ ਨੂੰ ਡਰ ਹੁੰਦਾ ਸੀ ਵੀ ਅਸੀਂ ਜੇ ਕਾਨੂੰਨ ਪਾਸ ਕਰ ਦਿੱਤੇ ਜਾਂ ਅਸੀਂ ਬਿੱਲ ਪਾਰਲੀਮੈਂਟ ਦੇ ਤਾਂ ਇਹਦੇ ਤੇ ਹੰਗਾਮਾ ਹੋਊਗਾ ਤੇ ਸਾਡੀ ਸਰਕਾਰ ਗਿਰਨ ਦਾ ਖਦਸ਼ਾ। ਪਰ ਇਸ ਸੈਂਟਰ ਸਰਕਾਰ ਨੇ ਇਹਨਾਂ ਨੇ ਦੇਖਿਆ ਪਹਿਲਾਂ ਹੀ ਸ਼ਹੀਨ ਬਾਗ ਵਾਲੇ ਪ੍ਰੋਟੈਸਟ ਸੁਪਰੀਮ ਕੋਰਟ ਦਾ ਸਹਾਰਾ ਲੈ ਕੇ, ਅਸੀਂ ਕਾਨੂੰਨ ਦਾ ਸਹਾਰਾ ਲੈ ਕੇ ਵੀ ਅਸੀਂ ਕਰੋਨਾ ਦੀ ਆੜ ਦੇ ਵਿੱਚ ਉਹਨਾਂ ਨੂੰ ਉਠਾ ਦਿੱਤਾ ਗਾ। ਇਸੇ ਤਰ੍ਹਾਂ ਅਸੀਂ ਜਿਹੜਾ ਕਿਸਾਨਾਂ ਦਾ ਅੰਦੋਲਨ ਹੈ ਅਸੀਂ ਪ੍ਰੋਟੈਸਟ ਨਹੀਂ ਹੋਣ ਦੇਵਾਂਗੇ। ਇਸ ਕਰਕੇ ਇਹਨਾਂ ਨੇ ਜਿਹੜੇ ਕਾਲੇ ਕਾਨੂੰਨ ਹੈ ਉਹ ਲਿਆਂਦੇ ਨੇਗੇ। ਤੁਸੀਂ ਗੱਲ ਕੀਤੀ ਹੈ ਕਿ ਸ਼ਹੀਨ ਬਾਗ ਦਾ ਮੋਰਚਾ ਲੱਗਦਾ, ਸੁਪਰੀਮ ਕੋਰਟ ਦਾ ਸਹਾਰਾ ਲੈ ਕੇ ਉਸ ਨੂੰ ਕਿਤੇ ਨਾ ਕਿਤੇ ਖਤਮ ਕੀਤਾ ਜਾਂਦਾ ਹੈ ਜਾਂ ਕਰੋਨਾ ਦੀ ਆੜ ਦੇ ਵਿੱਚ ਉਹ ਉੱਥੋਂ ਉਠਾ ਦਿੱਤਾ ਜਾਂਦਾ ਜਿਹੜੇ ਅੰਦੋਲਨਕਾਰੀ ਸੀ। ਮੈਂ ਤੁਹਾਨੂੰ ਹੀ ਸਵਾਲ ਕਰਦਾ ਕਿ ਜਿਹੜੀ ਇਹ ਸੁਪਰੀਮ ਕੋਰਟ ਦੇ ਵਿੱਚ ਕਿਸੇ ਇੱਕ ਵਿਅਕਤੀ ਵਿਸ਼ੇਸ਼ ਵੱਲੋਂ ਪਟੀਸ਼ਨ ਪਾ ਦਿੱਤੀ ਗਈ ਆ ਕਰੋਨਾ ਦੇ ਨੂੰ ਲੈ ਕੇ ਕਿ ਇੱਥੇ ਜਿਹੜਾ ਰੋਡ ਜਾਮ ਹੈ, ਆਮ ਲੋਕਾਂ ਨੂੰ ਖੱਜਲ ਖੁਆਰੀ ਹੋ ਰਹੀ ਹੈ, ਕਿਸਾਨ ਇਸ ਗੱਲ ਦਾ ਦਾਅਵਾ ਕਰਦੇ ਆ ਕਿ ਸਾਡੇ ਵੱਲੋਂ ਕੋਈ ਵੀ ਸੁਪਰੀਮ ਕੋਰਟ ਦਾ ਦਰਵਾਜ਼ਾ ਨਹੀਂ ਖੜਕਾਇਆ ਗਿਆ, ਅਸੀਂ ਆਪਣੇ ਸ਼ਾਂਤੀਪੂਰਵਕ ਤਰੀਕੇ ਨਾਲ ਇੱਥੇ ਧਰਨਾ ਮੁਜ਼ਾਹਰਾ ਕਰਾਂਗੇ, ਆਪਣੇ ਹੱਕ ਲਵਾਂਗੇ। ਪਰ ਜਿਹੜਾ ਸੁਪਰੀਮ ਕੋਰਟ ਵਿੱਚ ਹੁਣ ਕਿਸਾਨ ਅੰਦੋਲਨ ਦਾ ਕਿਤੇ ਨਾ ਕਿਤੇ ਲਿੰਕ ਬਣ ਗਿਆ। ਹੁਣ ਸੁਪਰੀਮ ਕੋਰਟ ਨੇ ਵੀ ਕਿਹਾ ਕਿ ਜੇ ਗੱਲਬਾਤ ਨਹੀਂ ਜਾਰੀ ਹੋ ਰਹੀ ਤਾਂ ਇੱਕ ਵਿਸ਼ੇਸ਼ ਕਮੇਟੀ ਬਣਾ ਲਓ। ਜਿਹੜਾ ਸੁਪਰੀਮ ਕੋਰਟ ਦੀ ਵੀ ਐਂਟਰੀ ਹੁਣ ਕਿਤੇ ਨਾ ਕਿਤੇ ਹੋ ਗਈ ਆ, ਚਾਹੇ ਅਸਿੱਧੇ ਤੌਰ ਤੇ ਹੋਈ ਆ, ਕਿਸਾਨ ਨਹੀਂ ਗਏ ਸੀ। ਇਹ ਸੁਪਰੀਮ ਕੋਰਟ ਦੇ ਐਂਟਰੀ ਹੋਣ ਨਾਲ ਹੁਣ ਅਗਲਾ ਸਟੈਪ ਜਾਂ ਅਗਲੀ ਰਣਨੀਤੀ ਕੀ ਹੋ ਸਕਦੀ ਹੈ, ਕੀ ਨਿਕਲ ਸਕਦਾ ਇਹਦੇ ਵਿੱਚ ਜਿਹੜਾ ਸਾਰਾ ਮਾਹੌਲ ਬਣਿਆ ਹੋਇਆ? ਸਭ ਤੋਂ ਪਹਿਲਾਂ ਜਿਹੜੀ ਸੁਪਰੀਮ ਕੋਰਟ 'ਚ ਪਟੀਸ਼ਨ ਪਈ ਆ ਉਸ 'ਚ ਸੁਪਰੀਮ ਕੋਰਟ ਨੇ ਕਿਸਾਨਾਂ ਦੇ ਪੱਖ ਦੀ ਹੀ ਗੱਲ ਕੀਤੀ ਹੈ, ਕਿਉਂਕਿ ਸੰਵਿਧਾਨ ਆਪਾਂ ਨੂੰ ਪੀਸਫੁਲ ਪ੍ਰੋਟੈਸਟ ਦਾ ਰਾਈਟ ਦਿੰਦਾ। ਸੁਪਰੀਮ ਕੋਰਟ ਨੇ ਵੀ ਇਹੀ ਕਿਹਾ ਜੇ ਕਿਸਾਨ ਸ਼ਾਂਤਮਈ ਪ੍ਰਦਰਸ਼ਨ ਕਰਦੇ ਨੇ ਉਹਨਾਂ ਦਾ ਇਹ ਹੱਕ ਆ, ਉਹ ਕਰ ਸਕਦੇ ਨੇ। ਦੂਜਾ ਸੁਪਰੀਮ ਕੋਰਟ ਦਾ ਇਹ ਆ ਵੀ ਆਮ ਪਬਲਿਕ ਨੂੰ ਕੋਈ ਨੁਕਸਾਨ ਨਾ ਹੋਵੇ, ਸ਼ਾਂਤੀ ਬਣੀ ਰਹੇ, ਇਸ ਕਰਕੇ ਉਹਨਾਂ ਨੇ ਕਿਹਾ ਇਸ ਦਾ ਕੋਈ ਤੀਜਾ ਹੱਲ ਕੱਢੋ। ਬਹੁਤ ਦਿਨ ਹੋ ਚੁੱਕੇ ਨੇ, ਸਰਕਾਰ ਸੁੱਤੀ ਪਈ ਸੀ, ਸਰਕਾਰ ਆਪਦੀ ਜਿੱਦ ਤੇ ਅੜੀ ਹੋਈ ਆ, ਕਿਸਾਨ ਵੀ ਆਪਦੇ ਜਿਹੜੇ ਲੈ ਕੇ ਆਏ ਨੇ, ਆਪਦਾ ਮਨਸ਼ਾ ਲੈ ਕੇ ਆਏ ਨੇ, ਉਹ ਪੂਰੀ ਕਰਾ ਕੇ ਹੀ ਇੱਥੋਂ ਜਾਣਗੇ। ਤਾਂ ਇਸ ਤੋਂ ਇਹ ਲੱਗ ਰਿਹਾ ਕਿ ਸਰਕਾਰ ਨੇ ਹੀ ਆਪਦੇ ਕਿਸੇ ਬੰਦੇ ਤੋਂ ਪਵਾ ਕੇ ਕਿ ਇਹਨੂੰ ਤੀਜਾ ਰਾਹ ਕੱਢੋ ਤੇ ਆਪਾਂ ਇਸ ਅੰਦੋਲਨ ਨੂੰ ਕਿਸੇ ਹਿਸਾਬ ਨਾਲ ਖਤਮ ਕਰੀਏ। ਸੌਖਾ ਲਾਸਟ ਦੇ ਅਖੀਰਲਾ ਸਵਾਲ ਹੈ ਮੇਰਾ, ਸੌਖੇ ਸ਼ਬਦਾਂ ਵਿੱਚ ਹੱਲ ਕੀ ਨਿਕਲਦਾ ਨਜ਼ਰ ਆਉਂਦਾ ਇਹ ਸਾਰੇ ਮਸਲੇ ਦਾ ਜੋ ਸਾਰਾ ਜਨ ਅੰਦੋਲਨ ਬਣ ਚੁੱਲਿਆ? ਹੱਲ ਕਿੱਥੇ ਪਿਆ? ਹੱਲ ਤਾਂ ਜੀ ਨੀਤ ਤੇ ਪਿਆ। ਨੀਤਾਂ ਨਹੀਂ ਸਹੀ ਹੈਗੀਆਂ ਜਿਹੜੀਆਂ ਅੱਜ ਕੱਲ ਸਰਕਾਰਾਂ ਬਣ ਰਹੀਆਂ ਨੇ। ਇਹ ਡੈਮੋਕ੍ਰੇਸੀ ਦੀ ਇਹਨਾਂ ਨੇ ਡੈਫੀਨੇਸ਼ਨ ਹੀ ਬਦਲਤੀ, ਗਵਰਨਮੈਂਟ ਆਫ ਦਾ ਪੀਪਲ, ਫॉर ਦਾ ਪੀਪਲ, ਬਾਏ ਦਾ ਪੀਪਲ ਆਪਣੇ ਸੰਵਿਧਾਨ ਮੁਤਾਬਕ। ਪਰ ਅੱਜ ਕੱਲ ਕੀ ਆ, ਆਫ ਦਾ ਕਾਰਪੋਰੇਟ, ਫॉर ਦਾ ਕਾਰਪੋਰੇਟ, ਬਾਏ ਦਾ ਕਾਰਪੋਰੇਟ। ਪਰ ਇਹ ਜਿਹੜਾ ਅੰਦੋਲਨ ਚੱਲਿਆ ਇਹ ਇਸ ਡੈਫੀਨੇਸ਼ਨ ਨੂੰ ਬਦਲ ਕੇ ਹਟੂਗਾ। ਮਨ ਕੀ ਬਾਤ ਨਾਲ ਦੇਸ਼ ਨਹੀਂ ਚੱਲਣਾ, ਇਹ ਜਨ ਕੀ ਬਾਤ ਨਾਲ ਚੱਲਣਾ, ਲੋਕਾਂ ਦੀ ਆਵਾਜ਼ ਨਾਲ ਦੇਸ਼ ਚੱਲੂਗਾ। ਤੇ ਇਸ ਅੰਦੋਲਨ 'ਚ ਇਹ ਵੀ ਇਹ ਸਰਕਾਰ ਨੂੰ ਕੰਨ ਹੋ ਗਏ ਕਿ ਜਿੰਨਾ ਚਿਰ ਲੋਕਾਂ ਦੀ ਆਵਾਜ਼ ਅਸੀਂ ਨਹੀਂ ਸੁਣਾਂਗੇ, ਇਹਨਾਂ ਦੀਆਂ ਮੰਗਾਂ ਨੂੰ ਨਹੀਂ ਬੂਰ ਪਾਵਾਂਗੇ, ਕਿਸਾਨ ਇੱਥੋਂ ਨਹੀਂ ਹਿੱਲਣਗੇ। ਤਾਂ ਤੁਸੀਂ ਸੁਣ ਰਹੇ ਹੋ, ਆਪਣੇ ਕੰਨੀ ਤੇ ਆਪਣੇ ਅੱਖੀ ਦੇਖ ਵੀ ਲਿਆ ਕਿ ਵਕੀਲ ਭਾਈਚਾਰਾ ਵਕਾਲਤ ਕਰ ਰਿਹਾ ਕਿਸਾਨ ਅੰਦੋਲਨ ਦੀ, ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਇਹ ਖੇਤੀ ਕਾਨੂੰਨ ਵਾਕਈ ਕਾਲੇ ਨੇ, ਕਿਉਂਕਿ ਇਹਨਾਂ ਨੇ ਵੀ ਕਾਲੇ ਕਾਨੂੰਨ ਕਹਿ ਕੇ ਸੰਬੋਧਨ ਕੀਤਾ। ਹੁਣ ਦੇਖਣਾ ਹੋਵੇਗਾ ਕਿ ਹਰ ਵਰਗ ਜਦੋਂ ਕਿਸਾਨ ਅੰਦੋਲਨ ਦੇ ਹੱਕ ਵਿੱਚ ਭੁਗਤ ਰਿਹਾ ਹੈ ਤਾਂ ਫਿਰ ਹਕੂਮਤ ਹੈ ਜਿਹੜੀ ਉਹ ਕਿਉਂ ਨਹੀਂ ਮੰਨ ਰਹੀ ਇਹਨਾਂ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ। ਦੇਖਣਾ ਹੋਵੇਗਾ ਕਿ ਸਾਰੇ ਵਰਗ ਜਦੋਂ ਮਾਹਿਰ ਵੀ ਇਸ ਗੱਲ ਦੇ ਉੱਤੇ ਚਰਚਾ ਕਰ ਰਿਹਾ ਹੈ ਕਿ ਇਹ ਕਾਨੂੰਨ ਰੱਦ ਹੋਣੇ ਚਾਹੀਦੇ ਹੈ, ਪਰ ਭਵਿੱਖ ਦੱਸੇਗਾ, ਭਵਿੱਖ ਦੀ ਕੁੱਖ ਵਿੱਚ ਪਿਆ ਕਿ ਹਕੂਮਤ ਕਦੋਂ ਮੰਨਦੀ ਹੈ ਔਰ ਕਿਹੜੀ ਦਿਸ਼ਾ 'ਚ ਮੰਨਦੀ ਹੈ। ਉਹ ਸਮਾਂ ਕਦੋਂ ਆਏਗਾ? ਸਾਨੂੰ ਵੀ ਉਮੀਦ ਹੈ ਕਿ ਉਹ ਸਮਾਂ ਜਲਦੀ ਆਵੇ ਤੇ ਅਸੀਂ ਤੁਹਾਡੇ ਨਾਲ ਇੱਕ ਖੁਸ਼ੀ ਖਬਰ ਸਾਂਝੀ ਕਰ ਸਕੀਏ। ਕੈਮਰਾਮੈਨ ਰਵੀ ਦੇ ਨਾਲ ਸੰਦੀਪ ਲਾਦੂਕਾ, ਪ੍ਰੋ ਪੰਜਾਬ ਟੀਵੀ, ਸਿੰਘੂ ਬਾਰਡਰ, ਦਿੱਲੀ।